ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਾਰੇ ਰਲ ਮਿਲ ਕੇ ਸੰਗਤ ਰੂਪ ਦੇ ਵਿੱਚ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਜੋ ਕਿ ਆਪਾਂ ਨਿੱਤ ਪ੍ਰਤੀ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦੇ ਹਾਂ। ਜੋ ਆਪਾਂ ਆਰੰਭ ਕੀਤੀ ਹੋਈ ਹੈ ਬਾਣੀ ਗੌੜੀ ਰਾਗ ਦੇ ਵਿੱਚ, ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਆਪਾਂ ਕੱਲ ਵਿਚਾਰ ਰਹੇ ਸੀ ਕਿ ਉਸ ਪ੍ਰਭੂ ਨੇ ਜਿਸ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤੀ ਹੈ, ਜੋ ਇਸ ਸੰਸਾਰ ਦਾ ਮਾਲਕ ਹੈ, ਤੇ ਉਸਨੇ ਨਾਲ ਮਨ ਨੂੰ ਇਸ ਮਾਇਆ ਦਾ ਸੁਪਨਾ ਵੀ ਦਿਖਾਇਆ ਹੈ। ਕਿਉਂਕਿ ਇਹ ਸੰਸਾਰ ਜੋ ਸਾਜਿਆ ਹੈ ਇੱਕ ਸੁਪਨੇ ਦੀ ਹੀ ਨਿਆਈ ਹੈ, ਲੇਕਿਨ ਉਸੇ ਨੇ ਸਾਜਿਆ ਹੈ ਸਾਨੂੰ ਪਰਖਣ ਦੇ ਵਾਸਤੇ, ਮਨ ਨੂੰ ਪਰਖਣ ਵਾਸਤੇ। ਮਹਾਰਾਜ ਸਮਝਾਉਂਦੇ ਨੇ, ਜਿਸ ਕਾ ਰਾਜ ਤਿਸੇ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ। ਜੇ ਮਨ ਨੂੰ ਇਹ ਸਰੀਰ ਮਿਲਿਆ ਤੇ ਫਿਰ ਨਾਲ ਇਸ ਨੂੰ ਤ੍ਰਿਸ਼ਨਾ ਵੀ ਪੈਦਾ ਕੀਤੀ ਹੈ। ਆਪ ਬਿਨਾਹੇ ਆਪ ਕਰੇ ਰਾਸ। ਆਪ ਹੀ ਪੈਦਾ ਕੀਤਾ ਹੋਇਆ, ਆਪ ਹੀ ਫਿਰ ਸਾਨੂੰ ਇਸ ਦੇ ਵਿੱਚੋਂ ਕੱਢ ਲੈਂਦਾ ਹੈ। ਮਨ ਨੂੰ ਜਗਾ ਕੇ ਭਰਮ ਤੋਂ ਕੱਢ ਲੈਂਦਾ ਹੈ, ਆਪ ਫਿਰ ਸਾਨੂੰ ਸੰਭਾਲ ਕਰਦਾ ਹੈ, ਫਿਰ ਸਾਨੂੰ ਉਹ ਸੱਚਾ ਧਨ ਆਪ ਦਿੰਦਾ ਹੈ। ਨਾਨਕ ਪ੍ਰਭ ਆਗੈ ਅਰਦਾਸ। ਜਦੋਂ ਅਸੀਂ ਪ੍ਰਭੂ ਦੇ ਅੱਗੇ ਅਰਦਾਸ ਕਰਦੇ ਹਾਂ, ਮੰਗਦੇ ਹਾਂ, ਫਿਰ ਆਪ ਹੀ ਸਾਨੂੰ ਇਸ ਭਰਮ ਚੋਂ ਕੱਢ ਲੈਂਦਾ ਹੈ, ਸੁਪਨੇ ਚੋਂ ਜਗਾ ਲੈਂਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਵਿਚਾਰ ਕਰਦੇ ਹਾਂ ਅਗਲੇ ਸ਼ਬਦ ਦੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਆਓ ਰਹੋ ਪੰਕਤੀਆਂ ਪਹਿਲਾਂ ਵਿਚਾਰ ਲੈਂਦੇ ਹਾਂ। ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ। ਸਮਝਾਉਂਦੇ ਨੇ ਕਿ ਸੰਤ ਜਨ ਉਹ ਸੁੱਖ ਦਾ ਗਿਆਨ ਦਿੰਦੇ ਨੇ ਜਿੱਥੇ ਮਨ ਦੀ ਤ੍ਰਿਸ਼ਨਾ ਬੁਝਦੀ ਹੈ ਤੇ ਮਨ ਤ੍ਰਿਪਤ ਹੁੰਦਾ ਹੈ। ਕਿਉਂਕਿ ਮਨ ਦੀ ਤ੍ਰਿਸ਼ਨਾ ਮਾਇਆ ਦੇ ਵਿੱਚ ਹੈ, ਲੇਕਿਨ ਮਾਇਆ ਦੇ ਵਿੱਚ ਮਨ ਤ੍ਰਿਪਤ ਨਹੀਂ ਹੁੰਦਾ। ਤੇ ਫਿਰ ਸੰਤ ਜਨ ਦੱਸਦੇ ਨੇ ਕਿ ਮਨ ਦੀ ਤ੍ਰਿਪਤੀ ਦੇ ਵਾਸਤੇ ਗੁਰ ਮਿਲਦਾ ਹੈ, ਜਿਸ ਗੁਰ ਨੂੰ ਕਮਾ ਕੇ ਮਨ ਪ੍ਰਕਾਸ਼ ਰੂਪ ਹੋ ਕੇ ਤ੍ਰਿਪਤ ਹੁੰਦਾ ਹੈ। ਤੇ ਸਮਝਾਉਂਦੇ ਨੇ, ਜਦੋਂ ਸੰਤ ਜਨਾਂ ਤੋਂ ਅਸੀਂ ਪੁੱਛਦੇ ਹਾਂ, ਬੇਨਤੀ ਕਰਦੇ ਕਿ ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ। ਵੀ ਐਸਾ ਸੁੱਖ ਮੈਨੂੰ ਦੱਸੋ ਜਿਹਦੇ ਨਾਲ ਮਨ ਦੀ ਤ੍ਰਿਸ਼ਨਾ ਬੁਝ ਜਾਵੇ ਤੇ ਮਨ ਤ੍ਰਿਪਤ ਹੋ ਜਾਵੇ। ਹੁਣ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਜੀਵ ਨੇ ਬਹੁਤ ਕੁਛ ਕਰਕੇ ਦੇਖਿਆ ਹੁੰਦਾ ਹੈ, ਕਿਉਂਕਿ ਪਹਿਲਾਂ ਸੰਸਾਰਿਕ ਕੰਮਾਂ ਦੇ ਵਿੱਚ ਹੀ ਜੀਵ ਨੂੰ ਹੁੰਦਾ ਪਤਾ ਨਹੀਂ ਮਨ ਇੱਥੇ ਤ੍ਰਿਪਤ ਹੋ ਜਾਏਗਾ, ਸੁਖੀ ਹੋ ਜਾਏਗਾ। ਹੁਣ ਇੱਥੇ ਸਮਝਾਉਂਦੇ ਨੇ, ਬਹੁ ਰੰਗ ਮਾਇਆ ਬਹੁ ਬਿਦ ਭੇਖੀ। ਮਾਇਆ ਬਹੁ ਰੰਗੀ ਹੈ। ਆਪਾਂ ਦੇਖਦੇ ਹਾਂ ਵੱਖ ਵੱਖ ਤਰ੍ਹਾਂ ਦੀ ਮਾਇਆ ਹੈ, ਵੱਖ ਵੱਖ ਤਰ੍ਹਾਂ ਨਾਲ ਅਸੀਂ ਉਸ ਨੂੰ ਦੇਖਦੇ ਹਾਂ। ਕਲਮ ਕਾਗਦ ਸਿਆਣਪ ਲੇਖੀ, ਤੇ ਗਿਆਨ ਇਹ ਵੀ ਮਾਇਆ ਹੈ।
ਕਾਗਜ਼ਾਂ ਦੇ ਉੱਤੇ ਕਲਮਾਂ ਦੁਆਰਾ ਆਪਣੀਆਂ ਵਿਚਾਰ ਦੇਣਾ, ਆਪਣਾ ਗਿਆਨ ਦੇਣਾ, ਆਪਣੀ ਸਿਆਣਪ ਦਾ ਇਜ਼ਹਾਰ ਕਰਨਾ, ਇਹ ਵੀ ਇੱਕ ਮਾਇਆ ਹੈ। ਕਿਉਂਕਿ ਬਹੁਤ ਸਾਰੇ ਜੀਵ ਕੁਛ ਲਿਖਦੇ ਨੇ, ਕੋਈ ਨਾਟਕ ਲਿਖਦਾ ਹੈ, ਕੋਈ ਕੁਛ ਲਿਖਦਾ ਹੈ। ਮਾਹਿਰ ਮਲੂਕ ਹੋਏ ਦੇਖੇ ਅੱਖਾਂ, ਤੇ ਵੱਡੇ ਲੋਕ ਵੀ, ਜਿਵੇਂ ਸੰਸਾਰ ਦੇ ਵਿੱਚ ਬੜੇ ਬੜੇ ਰਾਜੇ, ਚੌਧਰੀ, ਜਿਨ੍ਹਾਂ ਕੋਲ ਬੜੀਆਂ ਜਾਇਦਾਦਾਂ ਹੁੰਦੀਆਂ, ਉਹ ਵੀ ਦੇਖੇ। ਤਾਤੇ ਨਾ ਹੀ ਮਨ ਤ੍ਰਿਪਤਾਨ, ਪਰ ਸਾਰੇ ਥਾਂ ਤੇ ਮਨ ਨਹੀਂ ਤ੍ਰਿਪਤ ਹੋਇਆ। ਸਭ ਕੁਛ ਕਰਕੇ ਦੇਖਿਆ, ਸਾਰਾ ਸੰਸਾਰ ਦੇਖਿਆ ਕਿ ਮਨ ਕਿਸੇ ਦਾ ਤ੍ਰਿਪਤ ਨਹੀਂ ਹੈ। ਮਨ ਹੋਰ ਭੁੱਖ ਲੱਗੀ ਹੈ, ਬੜੇ ਬੜੇ ਰਾਜੇ, ਪਰ ਮਨ ਨਹੀਂ ਤ੍ਰਿਪਤ ਹੁੰਦਾ। ਅਸ ਪਵਨ ਹਸਤ ਅਸਵਾਰੀ। ਫਿਰ ਦੱਸਦੇ ਨੇ ਕਿ ਸਵਾਰੀਆਂ ਜਿਹੜੀਆਂ ਬੜੀਆਂ ਤੇਜ਼ ਚੱਲਣ ਵਾਲੀਆਂ, ਜਿਹੜੇ ਪਹਿਲਾਂ ਘੋੜੇ ਹੁੰਦੇ ਸੀ, ਹਾਥੀ ਹੁੰਦੇ ਸੀ। ਚੋਆ ਚੰਦਨ ਸੇਜ ਸੁੰਦਰ ਨਾਰੀ, ਸੋਹਣੇ ਘਰ, ਸੋਹਣੀ ਸੁੰਦਰ ਸੇਜਾ ਨਾਰੀ, ਤੇ ਸੁਗੰਧੀਆਂ ਵਾਲੇ, ਜੋ ਸੁਗੰਧਾਂ ਦੇਣ ਵਾਲੇ ਅਤਰ ਨੇ, ਸਾਰਾ ਕੁਛ ਦੇਖਿਆ। ਨਟ ਨਾਟਕ ਆਖਾਰੇ ਗਾਇਆ, ਅਖਾੜਿਆਂ 'ਚ ਜਿੱਥੇ ਗਾਇਆ ਜਾਂਦਾ ਹੈ, ਨਾਟਕ ਤਮਾਸ਼ੇ, ਸਾਰਾ ਕੁਛ ਦੇਖਿਆ। ਤਾਂ ਮੈਂ ਮਨ ਸੰਤੋਖ ਨਾ ਪਾਇਆ, ਉੱਥੇ ਵੀ ਮਨ ਜਿਹੜਾ ਸੰਤੋਖ ਨਹੀਂ ਆਇਆ, ਮਨ ਤ੍ਰਿਪਤ ਨਹੀਂ ਹੋਇਆ, ਮਨ ਦੀ ਤ੍ਰਿਸ਼ਨਾ ਨਹੀਂ ਬੁਝੀ। ਤਖਤ ਸਭਾ ਮੰਡਨ ਦੋਲੀਚੇ, ਤਖਤਾਂ ਤੇ ਬੜੇ ਬੜੇ ਲੋਕਾਂ ਦਾ ਇਕੱਠ, ਸਭ ਕੁਛ ਦੇਖਿਆ। ਸੋਹਣੇ ਤਖਤਾਂ ਤੇ ਦੁਲੀਚੇ, ਜਿੱਥੇ ਬੈਠ ਕੇ ਜੀਵ ਸਭਾ ਲੱਗਦੀ ਹੈ, ਜਿਵੇਂ ਆਪਾਂ ਦੇਖਦੇ ਹਾਂ ਪਹਿਲਾਂ ਰਾਜਿਆਂ ਦੇ ਸਮਿਆਂ ਦੇ ਵਿੱਚ ਹੋਇਆ ਕਰਦਾ ਸੀ। ਸਗਲ ਮੇਵੇ ਸੁੰਦਰ ਬਾਗੀਚੇ, ਸੋਹਣੇ ਬਾਗ ਵਿੱਚ ਵਧੀਆ ਵਧੀਆ ਦਰਖਤ ਮੇਵਿਆਂ ਦੇ। ਅਖੇੜ ਬਿਰਤ ਰਾਜਨ ਕੀ ਲੀਲਾ, ਤੇ ਫਿਰ ਹੋਰ ਸ਼ਿਕਾਰ ਖੇਡਣਾ, ਖੇਡਾਂ ਖੇਡਣੀਆਂ ਜਿਹੜੀਆਂ ਰਾਜਿਆਂ ਦੀਆਂ ਚੋਜ ਹੁੰਦੇ ਸੀ, ਰਾਜਿਆਂ ਦੇ ਸ਼ੌਂਕ ਹੁੰਦੇ ਸੀ। ਮਨ ਨਾ ਸੁਹੇਲਾ ਪ੍ਰਪੰਚ ਹੀਲਾ, ਪਰ ਸਾਰਾ ਕੁਛ ਕਰਕੇ ਦੇਖਿਆ, ਜਿੰਨੇ ਵੀ ਹੀਲੇ ਕਰਕੇ ਮਨ ਨੂੰ ਸੰਤੋਖ ਕਰਨ ਦੀ ਖੁਸ਼ੀ ਕੀਤੀ, ਪਰ ਮਨ ਸੰਤੋਖ ਨਹੀਂ ਹੋਇਆ, ਮਨ ਸੁਹੇਲਾ ਨਹੀਂ ਹੋਇਆ। ਕਰ ਕਿਰਪਾ ਸੰਤਨ ਸੱਚ ਕਹਿਆ, ਫਿਰ ਕਿਰਪਾ ਕੀਤੀ, ਸੰਤਾਂ ਨੇ ਸੱਚ ਦਾ ਗਿਆਨ ਦਿੱਤਾ, ਕਿਉਂਕਿ ਸੰਤਾਂ ਨੂੰ ਪੁੱਛਿਆ। ਸਰਬ ਸੁਖ ਇਹ ਆਨੰਦ ਲਹਿਆ, ਫਿਰ ਦੱਸਦੇ ਕਿ ਫਿਰ ਸਾਰੇ ਸੁੱਖ ਪ੍ਰਾਪਤ ਹੋ ਗਏ, ਆਨੰਦ ਪ੍ਰਾਪਤ ਹੋਇਆ ਜਦੋਂ ਸੰਤਾਂ ਨੇ ਸੱਚ ਦਾ ਗਿਆਨ ਦਿੱਤਾ। ਕਿਉਂਕਿ ਇਹ ਤਾਂ ਸਾਰਾ ਝੂਠ ਸੀ, ਕੁਝ ਸਮੇਂ ਵਾਸਤੇ ਹੁੰਦਾ ਹੈ, ਲੇਕਿਨ ਸੱਚ ਜਿਹੜਾ ਹੈ ਉਹ ਹਮੇਸ਼ਾ ਹੈ। ਇਸ ਕਰਕੇ ਜਦੋਂ ਸੱਚ ਦਾ ਗਿਆਨ ਆਇਆ, ਫਿਰ ਮਨ ਆਨੰਦ ਵਿੱਚ ਆਇਆ, ਸੁੱਖ ਪ੍ਰਾਪਤ ਹੋਇਆ। ਸਾਧ ਸੰਗ ਹਰ ਕੀਰਤਨ ਗਾਈਐ, ਕਹੋ ਨਾਨਕ ਬੜ ਭਾਗੀ ਪਾਈਐ। ਤੇ ਸਾਧੂ ਜਨਾਂ ਦਾ ਸੰਗ ਕਰਕੇ ਹਰੀ ਦਾ ਕੀਰਤਨ, ਕਿਉਂਕਿ ਸਾਧੂ ਜਨ ਕੀਰਤਨ ਗਾਉਂਦੇ ਨੇ ਉਸ ਮਾਲਕ ਦਾ। ਕੀਰਤਨ ਕੀ ਹੈ ਕਿ ਪ੍ਰਭੂ ਦੇ ਨਾਲ ਕਿਵੇਂ ਇੱਕ ਦ੍ਰਿਸ਼ਟ ਹੋ ਕੇ ਜੁੜਨਾ ਹੈ, ਕਿਵੇਂ ਪ੍ਰਭੂ ਨੂੰ ਧਿਆਉਣਾ ਹੈ। ਇੱਕ ਦਾ ਗਿਆਨ ਦਿੰਦੇ ਨੇ, ਓਅੰਕਾਰ ਧੁਨ ਦਾ ਗਿਆਨ ਦਿੰਦੇ ਨੇ। ਇੱਕੋ ਗਿਆਨ ਹੈ, ਇੱਕੋ ਰਾਗ ਅਲਾਪਦੇ ਨੇ। ਓਅੰਕਾਰ ਏਕ ਧੁਨ ਏਕੋ, ਏਕੋ ਰਾਗ ਅਲਾਪੈ, ਏਕਾਦੇਸੀ ਏਕ ਦਿਖਾਵੈ, ਏਕੋ ਰਿਹਾ ਵਿਆਪੈ। ਏਕਾ ਸੁਰਤ ਏਕ ਹੀ ਸੇਵਾ,
ਏਕੋ ਗੁਰ ਤੇ ਜਾਪੈ। ਤੇ ਇਹ ਗਿਆਨ ਦਿੰਦੇ ਨੇ, ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ, ਗਾਓ ਛੋੜ ਮਾਇਆ ਕੇ ਤੰਦ ਸੁਆ। ਐਸਾ ਕੀਰਤਨ ਸਾਧੂ ਜਨਾਂ ਦਾ ਸੰਗ ਕਰਕੇ ਗਾਇਆ ਜਾਂਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਜਹ ਕੀਰਤਨ ਤੇਰਾ ਸਾਧੂ ਗਾਵੈ, ਤਹ ਮੇਰਾ ਮਨ ਲਾਗੈ। ਕਿਉਂਕਿ ਸਾਧੂ ਤੋਂ ਕਦੋਂ ਗਾਉਂਦਾ ਹੈ? ਜਦੋਂ ਆਪ ਪ੍ਰਭੂ ਸਾਧੂ ਦੀ ਰਸਨਾ ਤੇ ਬੈਠ ਕੇ ਆਪਣਾ ਗਿਆਨ ਆਪ ਦਿੰਦਾ ਹੈ, ਆਪਣੀ ਉਸਤਤ ਆਪ ਕਰਦਾ ਹੈ। ਜਾ ਕੇ ਹਰ ਤਨ ਸੋਈ ਸੁਹੇਲਾ। ਤੇ ਸਮਝਾਉਂਦੇ ਨੇ ਕਿ ਉੱਪਰਲੇ ਸਾਰਾ ਕੁਛ ਤਾਂ ਦੇਖ ਲਿਆ, ਸੁਖੀ ਨਹੀਂ ਹੁੰਦਾ ਜਿਹਦੇ ਕੋਲ ਹਰੀ ਦਾ ਤਨ ਹੈ, ਉਹ ਫਿਰ ਸੁਹੇਲਾ ਹੈ, ਉਹ ਸੁਖੀ ਹੈ। ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ। ਪ੍ਰਭੂ ਕਿਰਪਾ ਕਰਦਾ ਹੈ, ਸਾਧੂ ਜਨਾਂ ਦਾ ਸੰਗ ਕਰਦਾ, ਬਖਸ਼ਦਾ ਹੈ। ਤੇ ਸਾਧੂ ਜਨਾਂ ਤੋਂ ਗਿਆਨ ਲੈ ਕੇ ਜਦੋਂ ਅਸੀਂ ਮਨ ਦੇ ਵਿੱਚ ਵਸਾਉਂਦੇ ਹਾਂ, ਤੇ ਫਿਰ ਹੀ ਮਨ ਸੁਹੇਲਾ ਹੁੰਦਾ ਹੈ, ਮਨ ਸੁਖੀ ਹੁੰਦਾ ਹੈ, ਮਨ ਤ੍ਰਿਪਤ ਹੁੰਦਾ ਹੈ। ਹੋਰ ਕੋਈ ਦੂਜਾ ਕੋਈ ਤਰੀਕਾ ਨਹੀਂ ਹੈ ਕਿ ਮਨ ਨੂੰ ਸੰਤੋਖ ਆ ਜਾਵੇ, ਮਨ ਤ੍ਰਿਪਤ ਹੋ ਜਾਵੇ, ਮਨ ਸੁਖੀ ਹੋ ਜਾਵੇ। ਕਿਉਂਕਿ ਜੋ ਵੱਡੇ ਵੱਡੇ ਲੋਕ ਧਨ ਦੌਲਤ ਵਾਲੇ ਸਭ ਦੁਖੀ ਨੇ। ਇਹ ਰਹੋ ਦੂਜਾ ਸੀ, ਇੱਥੇ ਰਹੋ ਪੰਕਤੀ ਪਹਿਲਾਂ ਸੀ, ਜਿਸ ਵਿੱਚ ਪੁੱਛਿਆ ਸੀ ਕਿ ਕੋਈ ਐਸਾ ਮੈਨੂੰ ਦੱਸੋ ਕਿ ਮੇਰਾ ਮਨ ਤ੍ਰਿਪਤ ਹੋ ਜਾਵੇ। ਸੋ ਸੁਖ ਮੋਹ ਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤੇ ਬਤਾਵੋ। ਇੱਥੇ ਸਵਾਲ ਕੀਤਾ ਸੀ ਤੇ ਫਿਰ ਇੱਥੇ ਦੱਸ ਦਿੱਤਾ ਹੈ ਕਿ ਜਦੋਂ ਕੀਰਤਨ ਕਰਦੇ, ਸਾਧੂ ਜਨਾਂ ਦਾ ਸੰਗ ਕਰਦੇ ਹਾਂ, ਸੰਤ ਜਨ ਸੱਚ ਦਾ ਗਿਆਨ ਦਿੰਦੇ ਨੇ, ਫਿਰ ਮਨ ਤ੍ਰਿਪਤ ਹੁੰਦਾ ਹੈ। ਫਿਰ ਜਿਹਦੇ ਮਨ ਦੇ ਵਿੱਚ ਹਰੀ ਦਾ ਤਨ ਵਸ ਜਾਂਦਾ ਹੈ, ਉਹ ਸੁਹੇਲਾ ਹੈ। ਸਾਧੂ ਜਨਾਂ ਦਾ ਸੰਗ ਕਰਕੇ ਜਦੋਂ ਗਿਆਨ ਲੈਂਦੇ ਨੇ, ਮਨ ਵਿੱਚ ਵਸਾ ਲੈਂਦਾ, ਫਿਰ ਮਨ ਸੁਹੇਲਾ ਹੈ। ਇਹ ਰਹੋ ਦੀ ਰਹੋ ਦੂਜਾ ਹੈ, ਇੱਕ ਸ਼ਬਦ ਦੇ ਵਿੱਚ ਹੀ ਦੋ ਰਹੋ ਨੇ। ਬਹੁਤ ਸਾਰੇ ਸ਼ਬਦ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਦੋ ਵਾਰੀ ਰਹੋ ਆਉਂਦਾ ਹੈ। ਅਗਲਾ ਸ਼ਬਦ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਇਹ ਵੱਖਰੇ ਵੱਖਰੇ ਗੁਰਸਿੱਖਾਂ ਨੇ ਆਪਣਾ ਗਿਆਨ, ਆਪਣਾ ਪ੍ਰੈਕਟੀਕਲ ਵਰਣਨ ਕੀਤਾ ਹੋਇਆ ਹੈ, ਤਾਂ ਕਿ ਸਾਨੂੰ ਇੰਨਾ ਪਤਾ ਚੱਲ ਜਾਵੇ ਕਿ ਗੁਰੂ ਸਾਹਿਬਾਨਾਂ ਦੇ ਸਮੇਂ ਕੋਈ ਇੱਕ ਜੀਵ ਨੇ ਨਹੀਂ ਗਿਆਨ ਲਿਆ, ਇੱਕ ਜੀਵ ਨੇ ਅਭਿਆਸ ਨਹੀਂ ਕੀਤਾ। ਬਹੁਤ ਸਾਰੇ ਗੁਰਸਿੱਖ ਜੋ ਗੁਰੂ ਸਾਹਿਬਾਨ ਦੀ ਸੰਗਤ ਦੇ ਵਿੱਚ ਆਏ, ਗਿਆਨ ਲਿਆ, ਕਮਾਇਆ, ਕਮਾਉਣ ਤੋਂ ਬਾਅਦ ਜਦੋਂ ਮਾਲਕ ਨੂੰ ਮਿਲੇ, ਨਾਮ ਦੇ ਵਿੱਚ ਸਮਾਏ, ਫਿਰ ਉਹਨਾਂ ਵਰਣਨ ਕੀਤਾ, ਫਿਰ ਉਹਨਾਂ ਆਪਣਾ ਸਾਰਾ ਜੋ ਗਿਆਨ ਸੀ, ਜੋ ਪ੍ਰੈਕਟੀਕਲ ਸੀ, ਉਹ ਫਿਰ ਬਿਆਨ ਕੀਤਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਨੇ ਦਰਜ ਕਰਵਾਇਆ, ਤਾਂ ਕਿ ਸਾਨੂੰ ਵੀ ਭਰੋਸਾ ਹੋਵੇ, ਸਾਨੂੰ ਵੀ ਵਿਸ਼ਵਾਸ ਆਵੇ ਕਿ ਕਿੰਨੇ ਗੁਰਸਿੱਖਾਂ ਨੇ ਇਸ ਨੂੰ ਕਮਾ ਕੇ ਪ੍ਰਭੂ ਦੇ ਨਾਲ ਮਿਲਾਪ ਕੀਤਾ, ਤੇ ਅਸੀਂ ਵੀ ਉਵੇਂ ਹੀ ਚੱਲ ਕੇ, ਉਵੇਂ ਕਮਾ ਕੇ ਆਪਾਂ ਵੀ ਉਸ ਅਵਸਥਾ ਤੱਕ ਪਹੁੰਚ ਸਕਦੇ ਹਾਂ। ਇਸ ਕਰਕੇ ਹੈ ਕਿ ਜੋ ਵੀ ਅੱਗੇ ਵੀ ਲੋਕ ਇਸ ਦਾ ਲਾਹਾ ਲੈਣ। ਆਓ ਸ਼ਬਦ ਵਿਚਾਰੀਏ। ਰਹੋ ਪੰਕਤੀ ਕਵਨ ਸੁਬਿਦ ਜਿਤ ਰਾਮ ਗੁਣ ਗਾਏ, ਕਵਨ ਸੁਮਤ ਜਿਤ ਤਰੈ ਇਹ ਮਾਏ। ਇੱਥੇ ਫਿਰ ਸਵਾਲ ਕਰ ਦਿੱਤਾ ਹੈ ਕਿ ਕਿਹੜੀ ਉਹ ਵਿਧੀ ਹੈ ਕਿ ਜੀਵ ਰਾਮ ਦੇ ਗੁਣ ਗਾਵੇ, ਤੇ ਕਿਹੜੀ ਉਹ ਮਤ ਹੈ ਜਿਹਦੇ ਦੁਆਰਾ ਇਸ ਮਾਇਆ ਨੂੰ ਤਰ ਜਾਵੇ, ਜੋ 9 ਦਰਾਂ ਦੇ ਸਰੀਰ ਤੋਂ ਨਿਕਲ ਕੇ 10ਵੇਂ ਦੁਆਰ ਦੇ ਵਿੱਚ ਵਾਸਾ ਹੋ ਜਾਵੇ। ਕਿਉਂਕਿ 9 ਦਰ ਮਾਇਆ ਦੇ ਨੇ। ਇਸ 9 ਦਰਾਂ ਤੋਂ ਨਿਕਲਣਾ ਤੇ 10ਵੇਂ ਦੇ ਵਿੱਚ ਬਸਣਾ ਹੀ ਸਾਡਾ ਮਕਸਦ ਹੈ। ਕਿਉਂਕਿ ਜਦ ਤੱਕ 9 ਦਰ ਨਹੀਂ ਛੱਡਦੇ ਤੇ ਆਪਾਂ 10ਵੇਂ 'ਚ ਨਹੀਂ ਪ੍ਰਵੇਸ਼ ਕਰਦੇ,
ਤੇ ਜਦ ਤੱਕ ਦਸਵੇਂ 'ਚ ਪ੍ਰਵੇਸ਼ ਨਹੀਂ ਕਰਦੇ ਤੇ ਸਾਨੂੰ ਰਾਮ ਰਤਨ ਪ੍ਰਾਪਤ ਨਹੀਂ ਹੁੰਦਾ, ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ, ਰਾਮ ਰਤਨ ਤੋਂ ਪਾਈਐ ਜੋ ਪਹਿਲਾ ਤਜੈ ਸਰੀਰ। ਆਓ ਇਹ ਸਵਾਲ ਕਰਤਾ ਰਹੋ ਪੰਕਤੀ ਦੇ ਵਿੱਚ। ਆਓ ਹੁਣ ਆਪਾਂ ਪੂਰੇ ਸ਼ਬਦ ਨੂੰ ਵਿਚਾਰਦੇ ਹਾਂ। ਪ੍ਰਾਣੀ ਜਾਣੈ ਇਹ ਤਨ ਮੇਰਾ, ਮਨ ਜਿਹੜਾ ਪ੍ਰਾਣਾਂ ਤੱਕ ਆ ਕੇ ਪ੍ਰਾਣਾਂ 'ਚ ਵਸ ਗਿਆ, ਇਸ ਕਰਕੇ ਕਿਉਂਕਿ ਪ੍ਰਾਣਾਂ ਨਾਲ ਜੁੜ ਕੇ ਹੀ ਨਾਮ ਨੂੰ ਭੁੱਲ ਗਿਆ ਹੈ ਤੇ ਫਿਰ ਤਨ ਤੱਕ ਸੀਮਤ ਰਹਿ ਗਿਆ ਹੈ। ਭਰਮ ਪੈ ਗਿਆ ਹੈ ਕਿ ਇਹ ਤਨ ਮੇਰਾ ਹੈ। ਕਿਸ ਨੂੰ ਭਰਮ ਪੈ ਗਿਆ? ਮਨ ਨੂੰ, ਕਿਉਂਕਿ ਪੌਣ 'ਚ ਆ ਕੇ ਮਿਲਿਆ, ਪ੍ਰਾਣਾਂ ਦੇ ਵਿੱਚ ਆਇਆ ਹੈ। ਬਾਹਰ ਬਾਹਰ ਵਾਹੂ ਲਪਟੇਰਾ, ਕਹਿੰਦੇ ਵਾਰ ਵਾਰ ਉਸੇ ਮਾਇਆ ਦੇ ਤਨ ਨੂੰ ਹੀ ਲਪਟਿਆ ਰਹਿੰਦਾ ਹੈ, 9 ਦਰਾਂ ਤੇ ਹੀ ਮਗਨ ਰਹਿੰਦਾ ਹੈ, 9 ਦਰਾਂ ਤੇ ਹੀ ਲਪਟਿਆ ਰਹਿੰਦਾ ਹੈ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਤਨ ਦੇ ਦੁਆਰਾ ਫਿਰ ਸੰਸਾਰ ਦਾ ਪਰਿਵਾਰ, ਸੰਸਾਰਿਕ ਪਰਿਵਾਰ ਹੈ, ਗ੍ਰਸਤ ਮਾਰਗ ਹੋ ਜਾਂਦਾ ਹੈ, ਜਿਸ ਦੇ ਵਿੱਚ ਫਿਰ ਪਰਿਵਾਰ ਆ ਜਾਂਦਾ ਹੈ, ਧੀਆਂ ਪੁੱਤਰ ਪਤਨੀ, ਅੱਗੇ ਪਰਿਵਾਰ ਵੱਧਦਾ ਹੈ, ਨੂੰਹਾਂ ਪੋਤਰੇ ਪੋਤਰੀਆਂ, ਦੋਤੇ ਦੋਤੀਆਂ। ਇੱਦਾਂ ਜੀਵ ਇੱਥੇ ਫਸ ਜਾਂਦਾ ਹੈ। ਇਹ ਸਾਰਾ ਗ੍ਰਸਤ ਦਾ ਫਾਹਾ ਪੈ ਜਾਂਦਾ ਹੈ ਮਨ ਨੂੰ, ਕਿਉਂਕਿ ਮਨ ਇਹ ਤਨ ਵਾਸਤੇ ਹੈ, ਗ੍ਰਸਤ ਮਨ ਵਾਸਤੇ ਨਹੀਂ ਹੈ। ਮਨ ਦਾ ਗ੍ਰਸਤ ਕਿਹੜਾ ਹੈ? ਪ੍ਰਭੂ ਦੇ ਨਾਲ ਪਿਆਰ। ਅਨ ਦਿਨ ਪ੍ਰਭੂ ਦੀ ਸਿਫਤ ਸਲਾਹ ਕਰਨੀ, ਅਨ ਦਿਨ ਪ੍ਰਭੂ ਦੇ ਗੁਣ ਗਾਉਣੇ, ਫਿਰ ਮਨ ਉਸ ਪ੍ਰਭੂ ਦੇ ਨਾਲ ਗ੍ਰਸਤ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਗ੍ਰਸਤ ਮੈਂ ਸੋਈ ਪ੍ਰਵਾਨ, ਅਨ ਦਿਨ ਕੀਰਤਨ ਕੇਵਲ ਵਖਿਆਨ, ਗ੍ਰਸਤ ਮੈਂ ਸੋਈ ਨਿਰਵਾਨ। ਉੱਥੇ ਫਿਰ ਨਿਰਵਾਨ ਮਾਲਕ, ਉੱਥੇ ਮਨ ਦਾ ਵਾਸਾ ਹੈ, ਮਨ ਸੁਹਾਗਣ ਬਣਦਾ ਹੈ, ਮਨ ਦਾ ਗ੍ਰਸਤ ਚੱਲਦਾ ਹੈ। ਇੱਥੇ ਤਨ ਦੇ ਗ੍ਰਸਤ ਨੇ, ਜਿੱਥੇ ਮਨ ਆ ਕੇ ਤਨ 'ਚ ਫਸ ਗਿਆ ਤੇ ਸਾਰਾ ਕੁਛ ਫਿਰ ਤਨਾਂ ਨੂੰ ਹੀ ਸਮਝ ਲੈਂਦਾ ਹੈ। ਹੋਣ ਨਾ ਪਾਈਐ ਰਾਮ ਕੇ ਦਾਸਾ, ਇਹੀ ਕਾਰਨ ਹੈ ਕਿ ਤੁਹਾਨੂੰ ਆਪਣਾ ਸਮਝ ਲਿਆ, ਉਹਦੇ ਨਾਲ ਲਪਟਦਾ ਹੈ, ਫਿਰ ਗ੍ਰਸਤ ਮਾਰਗ ਹੈ, ਧੀਆਂ ਪੁੱਤਰ ਪਰਿਵਾਰ ਜੋ ਹੈ, ਇਸੇ ਦੇ ਵਿੱਚ ਉਲਝ ਕੇ ਉਸ ਪ੍ਰਭੂ ਦਾ ਦਾਸ ਨਹੀਂ ਬਣ ਸਕਦਾ। ਹੁਣ ਨਾ ਪਾਈਐ ਰਾਮ ਕੇ ਦਾਸਾ, ਰਾਮ ਦੇ ਦਾਸਾ ਨਹੀਂ ਬਣ ਸਕਦੇ, ਕਿਉਂਕਿ ਇੱਧਰ ਲਪਟਿਆ ਹੈ, ਤਨ ਦੇ ਨਾਲ ਲਪਟਿਆ ਹੈ, ਗ੍ਰਸਤ ਪਰਿਵਾਰ ਦੇ ਨਾਲ ਲਪਟਿਆ ਹੈ ਮਨ ਸਾਡਾ। ਜੋ ਭਲਾਈ ਸੋ ਬੁਰਾ ਜਾਣੈ, ਜਿਹੜਾ ਮਨ ਵਾਸਤੇ ਭਲਾ ਹੈ, ਕਿਹੜਾ ਭਲਾ ਹੈ ਮਨ ਵਾਸਤੇ? ਕਿ ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੇ ਨਾਮ ਨੂੰ ਜਪਣਾ। ਸਗਲ ਉਦਮ ਮੈਂ ਉਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਲੇਕਿਨ ਮਨ ਇਸ ਦੇ ਨਾਲ ਪਿਆਰ ਨਹੀਂ ਪਾਉਂਦਾ, ਇਸ ਨੂੰ ਬੁਰਾ ਸਮਝਦਾ ਹੈ। ਸਾਚ ਕਹੈ ਸੋ ਬਿਖੈ ਸਮਾਨੈ, ਜੇ ਉਸ ਨੂੰ ਉਸ ਪ੍ਰਭੂ ਦੀ ਕੋਈ ਗੱਲ ਕਹਿੰਦਾ ਹੈ, ਉਸ ਸੱਚ ਦਾ ਗਿਆਨ ਦਿੰਦਾ ਹੈ, ਤੇ ਐਸੇ ਜੀਵ ਜਿਹੜੇ ਤਨ ਤੱਕ ਸੀਮਤ ਨੇ, ਮਾਇਆ ਤੱਕ, ਗ੍ਰਸਤ ਤੱਕ, ਪਰਿਵਾਰ ਤੱਕ ਸੀਮਤ ਨੇ, ਤੇ ਉਹਨਾਂ ਨੂੰ ਸੱਚ ਦਾ ਗਿਆਨ ਵੀ ਜ਼ਹਿਰ ਲੱਗਦਾ ਹੈ, ਕਿਉਂਕਿ ਸੁਣ ਨਹੀਂ ਸਕਦੇ, ਬੁਰਾ ਲੱਗਦਾ ਹੈ, ਕਿਉਂਕਿ ਜੋ ਉਹਨਾਂ ਦਾ ਭਲਾ ਹੈ ਉਸ ਨੂੰ ਉਹ ਬੁਰਾ ਲੱਗਦਾ ਹੈ। ਸਾਚ ਕਹੈ ਸੋ ਬਿਖੈ ਸਮਾਨੈ, ਉਹਨਾਂ ਸੇ ਕੋਈ ਸੱਚ ਦੀ ਗੱਲ ਕਹਿੰਦਾ, ਉਹਨਾਂ ਨੂੰ ਜ਼ਹਿਰ ਦੀ ਤਰ੍ਹਾਂ ਲੱਗਦਾ ਹੈ। ਜਾਣੈ ਨਾਹੀਂ ਜੀਤ ਅਰ ਹਾਰ, ਕਿਉਂਕਿ ਉਸ ਨੂੰ ਪਤਾ ਨਹੀਂ, ਉਹ ਇਹ ਨਹੀਂ ਜਾਣਦਾ ਕਿ ਇਹ ਜਿਹੜਾ ਜਨਮ ਹੈ ਇਹ ਸਾਡੀ ਇੱਕ ਖੇਲ ਹੈ, ਇੱਕ ਵਾਰੀ ਮਿਲੀ ਹੈ। ਜਿਵੇਂ ਆਪਾਂ ਖੇਡ ਦੇ ਵਿੱਚ ਖੇਡਦੇ ਹਾਂ, ਕੋਈ ਹਾਰਦਾ ਹੈ, ਕੋਈ ਜਿੱਤਦਾ ਹੈ, ਇੱਦਾਂ ਹੀ ਸਾਡੀ ਇਸ ਮਾਇਆ ਦੇ ਨਾਲ ਖੇਡ ਹੈ, ਪੰਜਾਂ ਦੇ ਨਾਲ ਖੇਡ ਹੈ। ਜਾਂ 5 ਜਿੱਤ ਜਾਣਗੇ, ਮਨ ਹਾਰ ਜਾਏਗਾ, ਜਾਂ ਮਨ ਜਿੱਤੇਗਾ ਤੇ 5
ਹਾਰ ਜਾਣਗੇ। ਲੇਕਿਨ ਜੀਵ ਨੂੰ ਪਤਾ ਹੀ ਨਹੀਂ, ਕਿਉਂਕਿ ਮਨ ਦਾ ਗਿਆਨ ਹੀ ਨਹੀਂ, ਇਸ ਕਰਕੇ ਉਸ ਨੂੰ ਜਿੱਤ ਹਾਰ ਦਾ ਵੀ ਪਤਾ ਨਹੀਂ ਹੈ। ਇਹ ਬਲੇਵਾ ਸਾਖਤ ਸੰਸਾਰ, ਇਹ ਸਾਰਾ ਸੰਸਾਰ ਹੀ ਇਸ ਉਲਝਣ ਦੇ ਵਿੱਚ ਪਿਆ ਹੈ, ਕਿਉਂਕਿ ਮਨ ਦਾ ਗਿਆਨ ਹੀ ਨਹੀਂ ਹੈ, ਤਨ ਤੱਕ ਹੀ ਸੀਮਤ ਹੈ। ਪੈਸੇ ਕਮਾ ਲਏ, ਬੱਚੇ ਪਾਲ ਲਏ, ਕਾਰੋਬਾਰ ਕਰ ਲਏ, ਇੱਥੇ ਤੱਕ ਹੀ ਸੀਮਤ ਹੈ। ਨਾਲੇ ਦੇਖਦਾ ਹੈ ਕਿ ਜਦੋਂ ਜੀਵ ਜਾਂਦਾ ਹੈ ਸਾਰਾ ਕੁਝ ਛੱਡ ਕੇ ਚਲੇ ਜਾਂਦਾ ਹੈ, ਅਤੇ ਆਪਾਂ ਉਸ ਜੀਵ ਨੂੰ ਇੱਕ ਦਿਨ ਵੀ ਘਰ ਦੇ ਵਿੱਚ ਨਹੀਂ ਰੱਖਦੇ। ਮਰਨ ਤੋਂ ਬਾਅਦ ਆਪਾਂ ਹੁੰਦਾ ਕਿ ਉਸ ਦਾ ਛੇਤੀ ਸੰਸਕਾਰ ਕੀਤਾ ਜਾਵੇ, ਜਿਸ ਨੂੰ ਆਪਾਂ ਕਹਿ ਦਿੰਦੇ ਮਿੱਟੀ ਘੋਟ ਦਿੱਤੀ ਜਾਵੇ, ਕਿਉਂਕਿ ਫਿਰ ਸਾਨੂੰ ਪਤਾ ਚੱਲਦਾ ਹੈ ਕਿ ਇਹ ਸਰੀਰ ਤਾਂ ਮਿੱਟੀ ਹੈ। ਫਿਰ ਗਿਆਨੀ ਜੀ ਭਾਈ ਸਾਹਿਬ ਜੋ ਗ੍ਰੰਥੀ ਸਿੰਘ ਹੁੰਦੇ ਨੇ, ਉਹ ਆ ਕੇ ਫਿਰ ਅਰਦਾਸ ਕਰਦੇ ਨੇ ਕਿ ਫਲਾਣਾ ਸਿੰਘ ਪੰਜ ਭੂਤਕ ਸਰੀਰ ਨੂੰ ਛੱਡ ਕੇ ਆਪ ਜੀ ਦੇ ਚਰਨਾਂ 'ਚ ਜਾ ਨਿਵਾਜਿਆ ਹੈ, ਕਿਉਂਕਿ ਨਾ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਗਿਆ ਹੈ ਜੀਵ। ਉਦੋਂ ਇੰਨਾ ਕੁ ਪਤਾ ਚੱਲ ਜਾਂਦਾ ਵੀ ਜਿਸ ਨੂੰ ਅਸੀਂ ਸਮਝਦੇ ਸੀ ਵੀ ਇਹ ਫਲਾਣਾ ਸਿੰਘ ਆ, ਉਹ ਨਹੀਂ, ਇਹ ਤਾਂ ਇੱਕ ਕੱਪੜਾ ਹੈ, ਇੱਥੇ ਰਹਿ ਗਿਆ, ਉਹ ਤਾਂ ਚਲੇ ਗਿਆ। ਇਸ ਕਰਕੇ ਸਮਝਾਉਂਦੇ ਨੇ ਵੀ ਇੱਦਾਂ ਇਹ ਸੰਸਾਰ ਜਿਹੜਾ ਹੈ ਉਲਝਣ ਦੇ ਵਿੱਚ ਫਸਿਆ ਹੋਇਆ ਹੈ, ਮਨ ਸਾਡਾ ਸਾਰੇ ਸੰਸਾਰ ਦਾ। ਜੋ ਹਲਾਹਲ ਸੋ ਪੀਵੈ ਬਉਰਾ, ਜੋ ਕੌੜਾ ਹੈ, ਜੋ ਜ਼ਹਿਰ ਹੈ, ਤ੍ਰੈਗੁਣ ਮਾਇਆ ਬਿਖ ਹੈ, ਇਸ ਨੂੰ ਮਨ ਬੜਾ ਦੇਖਦਾ ਹੈ। ਮਨ ਦਾ ਪੀਣਾ ਕੀ ਹੈ ਕਿ ਇਸ ਨਾਲ ਪਿਆਰ ਪਾਉਂਦਾ, ਇਸ ਨੂੰ ਦੇਖਦਾ, ਕਿਉਂਕਿ ਮਨ ਨੇਤਰਾਂ ਦੇ ਵਿੱਚ ਹੈ। ਇਸ ਨੂੰ ਦੇਖ ਕੇ ਬੜਾ ਖੁਸ਼ ਹੁੰਦਾ ਹੈ। ਅੰਮ੍ਰਿਤ ਨਾਮ ਜਾਣੈ ਕਰ ਕੌਰਾ, ਜੇ ਇਸ ਨੂੰ ਕਹਿੰਦੇ ਹਾਂ ਕਿ ਆਪਾਂ ਨਾਮ ਨੂੰ ਜਾਣਨਾ ਹੈ, ਨਾਮ ਨੂੰ ਬੁੱਝਣਾ ਹੈ, ਇੱਦਾਂ ਆਪਾਂ ਨਾਮ ਨੂੰ ਜਾਣ ਸਕਦੇ ਹਾਂ, ਪਹਿਚਾਣ ਸਕਦੇ ਹਾਂ। ਨਾਮ ਪ੍ਰਕਾਸ਼ ਹੈ, ਅਤੇ ਇਸ ਨੂੰ ਬੜਾ ਕੌੜਾ ਲੱਗਦੇ। ਇਹ ਬਚਨ ਮਨ ਨੂੰ ਬੜੇ ਕੌੜੇ ਲੱਗਦੇ ਨੇ ਜਦੋਂ ਕੋਈ ਜੀਵ ਇਹ ਗਿਆਨ ਦਿੰਦਾ ਹੈ। ਜਿਹੜੇ ਮਨਮੁਖ ਜੀਵ ਨੇ, ਜਿਹੜੇ ਮਾਇਆ ਤੱਕ ਸੀਮਤ ਨੇ, ਉਹਨਾਂ ਨੂੰ ਇਹ ਬਚਨ ਵੀ ਜੋ ਅੰਮ੍ਰਿਤ ਬਚਨ ਹੈ, ਅੰਮ੍ਰਿਤ ਗਿਆਨ ਹੈ, ਅੰਮ੍ਰਿਤ ਸ਼ਬਦ ਦੀ ਸੋਝੀ ਹੈ, ਉਹ ਇਹਨਾਂ ਨੂੰ ਕੌੜੇ ਲੱਗਦੇ ਨੇ। ਸਾਧ ਸੰਗ ਕੈ ਨਾਹੀ ਨੇਰ, ਤੇ ਸਾਧੂ ਜਨ ਦੀ ਸੰਗਤ ਦੇ ਵਿੱਚ ਦੇ ਨੇੜੇ ਵੀ ਨਹੀਂ ਜਾਂਦੇ ਇਹ ਐਸੇ ਲੋਕ, ਕਿਉਂਕਿ ਉੱਥੇ ਸਾਨੂੰ ਪਰਮੇਸ਼ਰ ਦੇ ਨਾਲ ਜੁੜਨ ਦਾ ਗਿਆਨ ਦਿੱਤਾ ਜਾਣਾ ਹੈ। ਉੱਥੇ ਸਾਨੂੰ ਇਹ ਸਮਝਾਇਆ ਜਾਣਾ ਹੈ ਕਿ ਇਹ ਜਿਹੜੀ ਮਾਇਆ ਹੈ, ਇਹ ਸਰੀਰ ਹੈ, ਆਪਣਾ ਨਹੀਂ ਹੈ। ਆਪਾਂ ਇਸੇ ਵਿੱਚ ਜੀਵਨ ਹਾਰ ਜਾਂਦੇ ਹਾਂ, ਕਿਉਂਕਿ ਆਪਾਂ ਸਮਝ ਲੈਂਦੇ ਹਾਂ ਕਿ ਇਹ ਮੇਰਾ ਹੈ। ਪਰ ਮਹਾਰਾਜ ਸਮਝਾਉਂਦੇ ਨੇ ਕਿ ਜੈਤਲਾ ਤਨ, ਜਿਹੜਾ ਘਰ, ਜਿਹੜੀ ਪਤਨੀ, ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਹੈ, ਇਹ ਤੇਰੇ ਨਹੀਂ ਹਨ। ਵਿਚਾਰ ਕੇ ਦੇਖੋ, ਇਸੇ ਦੇ ਵਿੱਚ ਤੂੰ ਆਪਣੇ ਜਨਮ ਨੂੰ ਹਾਰ ਜਾਂਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਜਿਸ ਘਰ ਨੂੰ, ਜਿਸ ਪਤਨੀ ਨੂੰ ਤੂੰ ਸਮਝਦਾ ਹੈ ਕਿ ਇਹ ਮੇਰਾ ਹੈ, ਇਹ ਤੇਰਾ ਨਹੀਂ ਹੈ। ਜਿਸ ਸ਼ਬਦ ਆਉਂਦਾ ਹੈ ਨੌਵੇਂ ਪਾਤਸ਼ਾਹ ਜੀ ਦਾ, ਜੋ ਤਨ ਤਾਂ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ। ਰਤਨ ਜਨਮ ਆਪਣੋ ਤਾਂ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਵੀ ਗੋਬਿੰਦ ਦੀ ਗਤ ਨਹੀਂ ਜਾਣੀ, ਤੂੰ ਆਪਣਾ ਰਤਨ ਜਨਮ ਹਾਰ ਰਿਹਾ ਹੈ। ਨਿਮਖ ਨ ਲੀਨ ਪਇਓ ਚਰਨਨ ਸਿਓ, ਬਿਰਥਾ ਔਦ ਸੈਰਾਨੀ। ਵੀ ਵਿਅਰਥੀ ਆਪਣੀ ਸਾਰੀ ਉਮਰ ਬਿਤਾ ਦਿੱਤੀ, ਗੋਬਿੰਦ ਦੀ ਗਤ ਨਹੀਂ ਜਾਣੀ। ਇਸ ਕਰਕੇ ਸਮਝਾਉਂਦੇ ਨੇ ਕਿ ਐਸੇ ਜੀਵ ਫਿਰ ਸਾਧੂ ਜਨਾਂ ਦੀ ਸੰਗਤ ਦੇ ਨੇੜੇ ਨਹੀਂ ਆਉਂਦੇ, ਕਿਉਂਕਿ ਇੱਥੇ ਸਾਨੂੰ ਮਾਲਕ ਦੇ ਨਾਲ ਜੁੜਨ ਦਾ ਗਿਆਨ ਦਿੱਤਾ ਜਾਂਦਾ ਹੈ। 184 ਭਰਮਤਾ ਫਿਰ ਜਦੋਂ ਮੋਹ ਮਾਇਆ 'ਚ ਫਸਿਆ ਰਹੇਗਾ ਜੀਵ, ਪ੍ਰਭੂ ਦੇ ਨਾਲ ਨਹੀਂ ਜੁੜੇਗਾ, ਨਾਮ ਦੇ ਨਾਲ ਨਹੀਂ ਜੁੜੇਗਾ, ਫਿਰ 84 ਲੱਖ ਜੂਨਾਂ ਦੇ ਵਿੱਚ ਭਰਮੇਗਾ, ਮੋਕਸ਼ ਪ੍ਰਾਪਤ ਨਹੀਂ ਹੋਏਗੀ, ਫਿਰ ਨਰਕ ਭੋਗੇਗਾ।
ਏਕੈ ਜਾਲ ਫਹਾਏ ਪੰਖੀ। ਤੇ ਸਾਰਾ ਸੰਸਾਰ ਹੀ, ਸਾਰੇ ਸੰਸਾਰ ਦਾ ਜਿਹੜਾ ਮਨ ਹੈ, ਜਿਵੇਂ ਆਪਾਂ ਦੇਖਦੇ ਹਾਂ ਸ਼ਿਕਾਰੀ ਜਾਲ ਲਾ ਲੈਂਦਾ ਹੈ ਤੇ ਇੱਕੋ ਜਾਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪੰਛੀ ਆ ਕੇ ਫਸ ਜਾਂਦੇ ਨੇ। ਇੱਦਾਂ ਹੀ ਮਾਲਕ ਨੇ, ਕਾਲ ਨੇ ਇਹ ਜਾਲ ਪਾਇਆ ਹੈ ਮਾਇਆ ਦਾ, ਤੇ ਸਾਡਾ ਮਨ ਇਸ ਦੇ ਵਿੱਚ ਸਾਰਿਆਂ ਦਾ ਫਸਦਾ ਹੈ। ਸਾਰੇ ਸੰਸਾਰ ਦਾ ਮਨ ਆ ਕੇ ਫਸ ਜਾਂਦਾ ਹੈ, ਕਿਉਂਕਿ ਇਹ ਮਾਇਆ ਦਾ ਚੋਗਾ ਪਾਇਆ ਹੈ। ਇਸ ਨੂੰ ਮਹਾਰਾਜ ਸਮਝਾਉਂਦੇ ਨੇ, ਜਾਲ ਪਸਾਰ ਚੋਗ ਵਿਸਥਾਰੀ, ਪੰਖੀ ਜਿਉ ਫਹਾਵਤ ਹੈ। ਕਹਿੰਦੇ ਜਿਵੇਂ ਸ਼ਿਕਾਰੀ ਚੋਗਾ ਦਾਣਾ ਪਾ ਕੇ ਜਾਲ ਲਾ ਦਿੰਦਾ ਹੈ ਪੰਛੀਆਂ ਨੂੰ ਫਸਾਉਣ ਵਾਸਤੇ, ਇੱਦਾਂ ਹੀ ਕਾਲ ਨੇ ਇੱਥੇ ਮਾਇਆ ਦਾ ਚੋਗਾ ਪਾਇਆ ਹੈ ਤੇ ਜਾਲ ਵਿਛਾਇਆ ਹੈ, ਜਿਸ ਦੇ ਵਿੱਚ ਸਾਰਾ ਸੰਸਾਰ ਫਸਿਆ ਹੈ। ਬੰਧਨ ਕੌਣ ਕੱਟਦਾ ਹੈ? ਜਿਹੜੇ ਉਸ ਪ੍ਰਭੂ ਨੂੰ ਧਿਆਉਂਦੇ ਨੇ। ਕਹੋ ਨਾਨਕ ਬੰਧਨ ਕਾਟਣ ਕੋ, ਮੈਂ ਸਤਿਗੁਰ ਪੁਰਖ ਧਿਆਵਤ ਹੈ। ਏਕੈ ਜਾਲ ਫਹਾਏ ਪੰਖੀ, ਰਸ ਰਸ ਭੋਗ ਕਰੇ ਬਹੁਰੰਗੀ। ਤੇ ਇਹ ਸੰਸਾਰ ਦੇ ਰਸਾਂ ਦੇ ਵਿੱਚ, ਇਸ ਬਹੁਰੰਗੀ ਮਾਇਆ ਦੇ ਵਿੱਚ ਜੀਵ ਭੋਗ ਕਰਦਾ ਹੈ, ਫਸਿਆ ਰਹਿੰਦਾ ਹੈ, ਕਿਉਂਕਿ ਜਿਹੜਾ ਮਨ ਦਾ ਭੋਗ ਸੀ ਅਸਲੀ ਨਾਮ ਦਾ, ਉਸ ਦੇ ਨਾਲ ਨਹੀਂ ਜੁੜਦਾ। ਜੋ ਮਨ ਦਾ ਅਸਲੀ ਭੋਜਨ ਸੀ ਨਾਮ, ਉਸ ਨੂੰ ਨਹੀਂ ਪ੍ਰਾਪਤ ਕਰਦਾ, ਕਿਉਂਕਿ ਜਾਲ 'ਚ ਫਸਿਆ ਹੋਇਆ ਇਹ ਸੰਸਾਰੀ ਭੋਗ ਕਰਦਾ ਰਹਿੰਦਾ ਹੈ। ਕਹੋ ਨਾਨਕ ਜਿਸ ਭਏ ਕਿਰਪਾਲ, ਗੁਰ ਪੂਰੈ ਤਾਕੇ ਕਾਟੇ ਜਾਲ। ਸਮਝਾਉਂਦੇ ਨੇ ਵੀ ਜਿਨ੍ਹਾਂ ਨੂੰ ਆਪ ਹੈ ਪ੍ਰਭੂ ਕਿਰਪਾ ਕਰਦਾ ਹੈ, ਉਹਨਾਂ ਦੇ ਫਿਰ ਇਹ ਮਾਇਆ ਦੇ ਜਾਲ ਨੂੰ ਕੱਢ ਦਿੰਦਾ ਹੈ। ਫਿਰ ਉਹਨਾਂ ਨੂੰ ਗੁਰ ਦਾ ਗਿਆਨ ਦਿੰਦਾ ਹੈ, ਸੋਝੀ ਦਿੰਦਾ ਹੈ। ਫਿਰ ਉਹ ਬਿਧ ਦੱਸਦਾ ਹੈ, ਜਿਹੜੀ ਬਿਧ ਦੁਆਰਾ ਅਸੀਂ ਪ੍ਰਭੂ ਦੇ ਗੁਣ ਗਾਉਂਦੇ ਹਾਂ ਤੇ ਜਿਹੜੀ ਮੱਤ ਲੈ ਕੇ ਇਸ ਮਾਇਆ ਨੂੰ ਤਰਦੇ ਹਾਂ। ਜਿਵੇਂ ਸਵਾਲ ਸੀ ਰਹੋ ਪੰਕਤੀ ਦੇ ਵਿੱਚ, ਕਵਨ ਸੁ ਬਿਧ ਜਿਤ ਰਾਮ ਗੁਣ ਗਾਏ, ਕਵਨ ਸੁ ਮਤ ਜਿਤ ਤਰੈ ਇਹ ਮਾਇਆ। ਤੇ ਇਸ ਦਾ ਉੱਤਰ ਅਖੀਰ 'ਚ ਜਾ ਕੇ ਦੱਸ ਦਿੱਤਾ ਹੈ ਕਿ ਕਹੋ ਨਾਨਕ ਜਿਸ ਪਏ ਕਿਰਪਾਲ, ਜਿਹਨੂੰ ਆਪ ਕਿਰਪਾ ਕਰਦਾ ਹੈ ਪ੍ਰਭੂ, ਗੁਰ ਪੂਰਾ ਤਾਂ ਕਿ ਕਾਟੇ ਜਾਲ। ਉਸ ਨੂੰ ਪੂਰੇ ਗੁਰ ਦਾ ਗਿਆਨ ਮਿਲਦਾ ਹੈ ਤੇ ਪੂਰਾ ਗੁਰ ਫਿਰ ਉਸ ਦੇ ਇਸ ਮਾਇਆ ਦੇ ਜਾਲ ਨੂੰ ਕੱਢ ਦਿੰਦਾ ਹੈ। ਇੱਕ ਸ਼ਬਦ ਆਪਾਂ ਹੋਰ ਵਿਚਾਰ ਲੈਂਦੇ ਹਾਂ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਰਹੋ ਪੰਕਤੀ ਦੇ ਵਿੱਚ, ਤੁਮ ਲਾਵੋ ਤੋ ਲਾਗੈ ਸੇਵ, ਹਮ ਤੇ ਕਛੂ ਨਾ ਹੋਵੈ ਦੇਵ। ਜਿਹੜੇ ਜੀਵ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ, ਜਿਹੜੇ ਉਸ ਪ੍ਰਭੂ ਦਾ ਗਿਆਨ ਦਿੰਦੇ ਨੇ, ਕਿਉਂਕਿ ਉਹ ਆਪ ਨਹੀਂ ਦੇ ਸਕਦੇ। ਕਦੇ ਵੀ ਆਪਾਂ ਗੁਰਬਾਣੀ ਪੜ੍ਹਾਂਗੇ ਭਗਤਾਂ ਦੀ, ਗੁਰੂ ਸਾਹਿਬਾਨਾਂ ਦੀ, ਤੇ ਉਹਨਾਂ ਦੱਸਿਆ ਕਿ ਸਾਡੇ ਵੱਸ ਨਹੀਂ ਹੈ। ਉਸ ਪ੍ਰਭੂ ਦੀ ਦਇਆ ਦੇ ਨਾਲ ਉਹ ਸਾਤੋਂ ਗਵਾਉਂਦਾ ਹੈ, ਫਿਰ ਅਸੀਂ ਉਹਦੇ ਗੁਣ ਗਾਉਂਦੇ ਹਾਂ। ਅਸੀਂ ਤਾਂ ਬਾਹਰ ਦਿਖਦੇ ਹਾਂ, ਲੇਕਿਨ ਕਰਨ ਵਾਲਾ ਆਪ ਹੈ। ਜੋ ਕੁਛ ਕਰਦਾ ਆਪ ਕਰਦਾ ਹੈ, ਅਸੀਂ ਨਹੀਂ ਕਰ ਸਕਦੇ। ਜਿਉ ਤੂੰ ਚਲਾਵੇ ਤੇ ਚੱਲੈ ਸੁਆਮੀ। ਹੁਣ ਇੱਥੇ ਉਹੀ ਸਮਝਾਉਂਦੇ ਨੇ ਵੀ ਤੇਰੀ ਕਿਰਪਾ ਦੁਆਰਾ ਹੀ, ਤੂੰ ਕਿਰਪਾ ਕਰੋ ਤਾਂ ਅਸੀਂ ਤੇਰੀ ਸੇਵਾ ਦੇ ਵਿੱਚ ਲੱਗ ਸਕਦੇ ਹਾਂ। ਤੁਮ ਲਾਵੋ ਤੋ ਲਾਗੈ ਸੇਵ, ਹਮ ਤੇ ਕਛੂ ਨਾ ਹੋਵੈ ਦੇਵ। ਵੀ ਸਾਤੇ ਨਹੀਂ ਕੁਛ ਵੀ ਹੋ ਸਕਦਾ, ਤੂੰ ਕਿਰਪਾ ਕਰੇਗਾ, ਤੂੰ ਲਾਵੇਂਗਾ, ਫਿਰ ਤੇਰੀ ਸੇਵਾ ਦੇ ਵਿੱਚ ਲੱਗਦੇ ਹਾਂ। ਇਹ ਜਿਹੜਾ ਰਹੋ ਪੰਕਤੀ ਹੈ ਆਪਾਂ ਫਿਰ ਵਿਚਾਰ ਕਰਦੇ ਹਾਂ। ਸਾਰੀ ਸ਼ਬਦ ਸ਼ੁਰੂ ਕਰਦੇ ਹਾਂ। ਤੋ ਕਿਰਪਾ ਤੇ ਮਾਰਗ ਪਾਈਆ, ਵੀ ਤੇਰੀ ਕਿਰਪਾ ਦੁਆਰਾ ਹੀ ਮਾਰਗ ਪ੍ਰਾਪਤ ਹੁੰਦਾ ਤੇ ਦੂਜਿਆਂ ਨੂੰ ਤੇਰੀ ਕਿਰਪਾ ਨਾਲ ਹੀ ਅਸੀਂ ਦੂਜਿਆਂ ਨੂੰ ਇਹ ਮਾਰਗ ਦਾ ਗਿਆਨ ਦਿੰਦੇ ਹਾਂ, ਆਪ ਨਹੀਂ ਦੇ ਸਕਦੇ। ਪ੍ਰਭ ਕਿਰਪਾ ਤੇ ਨਾਮ ਧਿਆਈਐ,
ਉਸ ਪ੍ਰਭੂ ਦੀ ਕਿਰਪਾ ਦੁਆਰਾ ਹੀ ਨਾਮ ਧਿਆਇਆ ਜਾਂਦਾ ਹੈ, ਕਿਉਂਕਿ ਨਾਮ ਪ੍ਰਗਟ ਹੋਏਗਾ, ਫਿਰ ਆਪਾਂ ਧਿਆਨ ਲੱਗੇਗਾ ਉਸ ਦੇ ਵਿੱਚ, ਫਿਰ ਧਿਆਵਾਂਗੇ। ਜਦ ਤੱਕ ਇਹ ਪ੍ਰਗਟ ਹੀ ਨਾ ਹੋਇਆ ਨਾਮ, ਤੇ ਅਸੀਂ ਧਿਆਵਾਂਗੇ ਕਿਵੇਂ? ਇਸ ਕਰਕੇ ਉਹਦੀ ਕਿਰਪਾ ਨਾਲ ਹੀ ਜਦੋਂ ਖੁਸ਼ ਹੁੰਦਾ ਹੈ, ਜਿਹਨੂੰ ਲਾਉਂਦਾ ਹੈ ਸੇਵਾ ਦੇ ਵਿੱਚ, ਪ੍ਰਗਟ ਹੋ ਜਾਂਦਾ ਹੈ, ਤੇ ਫਿਰ ਨਾਮ ਨੂੰ ਜੀਵ ਧਿਆਉਂਦਾ ਹੈ। ਪ੍ਰਭ ਕਿਰਪਾ ਤੇ ਬੰਧਨ ਛੁਟੈ। ਪ੍ਰਭੂ ਦੀ ਕਿਰਪਾ ਦੁਆਰਾ ਹੀ ਇਸ ਮਾਇਆ ਦੇ ਬੰਧਨ ਛੁੱਟਦੇ ਨੇ। ਪਿਛਲੇ ਸ਼ਬਦ ਦੇ ਵਿੱਚ ਜੋ ਅਸੀਂ, ਕਿਉਂਕਿ ਤਰਤੀਬ ਬਾਣੀ ਦਿੱਤੀ ਹੋਈ ਹੈ, ਇਸ ਕਰਕੇ ਇਸ ਦੇ ਵਿੱਚ ਆਪਾਂ ਨੂੰ ਹੋਰ ਸਰਲ ਹੋ ਜਾਂਦਾ ਹੈ। ਤੋ ਕਿਰਪਾ ਤੇ ਹਉਮੈ ਟੁਟੈ। ਵੀ ਹੇ ਪ੍ਰਭੂ, ਤੇਰੀ ਕਿਰਪਾ ਦੁਆਰਾ ਹੀ ਹਉਮੈ ਟੁੱਟਦੀ ਹੈ। ਸੱਤ ਅਸੀਂ ਨਹੀਂ ਕੁਛ ਕਰ ਸਕਦੇ। ਜਦ ਤੱਕ ਤੂੰ ਕਿਰਪਾ ਨਹੀਂ ਕਰਦਾ, ਤੂੰ ਦਇਆ ਨਹੀਂ ਕਰਦਾ, ਅਸੀਂ ਨਹੀਂ ਕਰ ਸਕਦੇ ਕੁਛ ਵੀ। ਤੁਧ ਭਾਵੈ ਤਾਂ ਗਾਵਾਂ ਬਾਣੀ। ਵੀ ਜੇ ਤੈਨੂੰ ਪਾ ਜਾਵੇ, ਤੂੰ ਕਿਰਪਾ ਕਰੇ, ਫਿਰ ਤੇਰੀ ਬਾਣੀ ਮੈਂ ਗਾ ਸਕਦਾ ਹਾਂ। ਜਦ ਤੱਕ ਤੈਨੂੰ ਨਹੀਂ ਪਾਉਂਦਾ, ਕਿਉਂਕਿ ਜਿਹੜਾ ਉਸ ਨੂੰ ਪਾਉਂਦਾ ਹੈ ਉਹੀ ਉਹਦੇ ਗੁਣ ਗਾਉਂਦੇ ਨੇ, ਉਸ ਦੇ ਦਰ 'ਤੇ ਖੜ ਕੇ ਗਾਉਂਦੇ ਨੇ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਜਿਹੜਾ ਉਸ ਨੂੰ ਪਾਉਂਦਾ ਹੈ ਉਹੀ ਉਹਦੇ ਗੁਣ ਗਾਉਂਦਾ ਹੈ। ਤੁਧ ਭਾਵ ਹੈ ਤਾਂ ਸੱਚ ਵਖਾਣੀ। ਤੈਨੂੰ ਭਾ ਜਾਵੇ, ਤੂੰ ਫਿਰ ਸੱਚ ਦਾ ਵੀ ਗਿਆਨ ਕਰਵਾ ਦਿੰਦਾ ਹੈ, ਤੇ ਦੂਜੇ ਜੀਵਾਂ ਨੂੰ ਵੀ ਸੱਚ ਦੇ ਗਿਆਨ ਦੇਣ ਦੀ ਸੋਝੀ ਬਖਸ਼ ਦਿੰਦਾ ਹੈ। ਪਰ ਜੇ ਤੈਨੂੰ ਪਾ ਜਾਵੇ, ਜਦ ਤੱਕ ਤੈਨੂੰ ਨਹੀਂ ਪਾਉਂਦਾ, ਕੁਛ ਨਹੀਂ ਕਰ ਸਕਦੇ। ਤੁਧ ਭਾਵ ਹੈ ਤਾਂ ਸਤਿਗੁਰ ਮਇਆ। ਤੈਨੂੰ ਭਾ ਜਾਵੇ, ਫਿਰ ਸੱਚੇ ਗੁਰ ਦੀ ਕਿਰਪਾ ਹੁੰਦੀ ਹੈ। ਸਰਬ ਸੁੱਖਾ ਪ੍ਰਭ ਤੇਰੀ ਦਇਆ। ਇਸ ਕਰਕੇ ਸਾਰੇ ਸੁੱਖ ਜਿਹੜੇ ਉਹ ਤੇਰੀ ਦਇਆ 'ਤੇ ਨਿਰਭਰ ਕਰਦੇ ਨੇ। ਤੂੰ ਦਇਆ ਕਰੇਗਾ, ਤੂੰ ਕਿਰਪਾ ਕਰੇਗਾ, ਤੇਰੀ ਦਇਆ ਨਾਲ ਤਾਂ ਸਭ ਕੁਛ ਹੋ ਸਕਦਾ। ਤੇਰੀ ਦਇਆ ਤੋਂ ਬਿਨਾਂ ਨਹੀਂ ਹੋ ਸਕਦਾ, ਤੇਰੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਤੁਧ ਭਾਵੈ ਸੋ ਨਿਰਮਲ ਕਰਮਾਂ। ਤੈਨੂੰ ਭਾ ਜਾਵੇ, ਫਿਰ ਜਾ ਕੇ ਨਿਰਮਲ ਕਰਮ ਜੀਵ ਕਰਦਾ ਹੈ। ਜਿਹੜਾ ਗੁਰ ਦਾ ਗਿਆਨ ਹੈ, ਨਿਰਮਲ ਬਾਣੀ ਹੈ, ਅੰਮ੍ਰਿਤ ਬਾਣੀ ਹੈ, ਜੋ ਧਿਆਨ ਮਾਰਗ ਹੈ, ਉਸ ਦੀ ਕਿਰਪਾ ਨਾਲ ਹੀ ਜੀਵ ਆਪ ਕਰ ਸਕਦਾ ਹੈ। ਉਸ ਦੀ ਕਿਰਪਾ ਨਾਲ ਹੀ ਦੂਜਿਆਂ ਨੂੰ ਦੱਸ ਸਕਦਾ ਹੈ। ਤੁਧ ਜੋ ਤੁਧ ਭਾਵੈ ਸੋ ਸੱਚ ਧਰਮ। ਜੋ ਤੈਨੂੰ ਪਾਉਂਦਾ ਹੈ ਉਹੀ ਅਸਲੀ ਸੱਚਾ ਧਰਮ ਹੈ। ਉਹੀ ਸੱਚੇ ਧਰਮ ਦਾ ਗਿਆਨ ਦੇ ਸਕਦਾ, ਆਪ ਵੀ ਸੱਚੇ ਮਾਰਗ 'ਤੇ ਚੱਲ ਸਕਦਾ ਹੈ, ਦੂਜਿਆਂ ਨੂੰ ਵੀ ਗਿਆਨ ਦੇ ਸਕਦਾ ਹੈ। ਸਰਬ ਨਿਦਾਨ ਗੁਣ ਤੁਮ ਹੀ ਪਾਸ। ਇਸ ਕਰਕੇ ਸਾਰਾ ਖਜ਼ਾਨਾ ਗੁਣਾਂ ਦਾ ਹੈ ਪ੍ਰਭੂ ਤੇਰੇ ਪਾਸ ਹੈ। ਸਾਡੇ ਕੋਲ ਕੁਛ ਨਹੀਂ ਹੈ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ। ਬਿਨ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਜਦ ਤੱਕ ਤੂੰ ਗੁਣ ਦਿੰਦਾ ਨਹੀਂ, ਤੂੰ ਇਹ ਖਜ਼ਾਨਾ ਦਿੰਦਾ ਨਹੀਂ, ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਤੇ ਉਸ ਦੀ ਦਇਆ ਨਾਲ ਹੀ ਸਾਰਾ ਕੁਛ ਪ੍ਰਾਪਤ ਹੁੰਦਾ ਹੈ। ਤੂੰ ਸਾਹਿਬ ਸੇਵਕ ਅਰਦਾਸ। ਤੂੰ ਸਾਹਿਬ ਹੈ। ਤੇਰੇ ਜਿਹੜੇ ਸੇਵਕ ਨੇ ਉਹ ਤਾਂ ਤੇਰੇ ਤੋਂ ਮੰਗ ਸਕਦੇ ਨੇ, ਤੇਰੇ ਅੱਗੇ ਬੇਨਤੀ ਕਰ ਸਕਦੇ ਨੇ, ਅਰਦਾਸ ਕਰ ਸਕਦੇ ਨੇ, ਲੇਕਿਨ ਹੋਏਗਾ ਤਾਂ ਹੀ ਜੇ ਤੈਨੂੰ ਪਾਏਗਾ। ਫਿਰ ਤੂੰ ਅਰਦਾਸ ਮਨਜ਼ੂਰ ਕਰੇਗਾ, ਫਿਰ ਤੂੰ ਬਾਣੀ ਵੀ ਗਵਾ ਸਕਦਾ ਹੈ, ਫਿਰ ਤੂੰ ਸਾਰਾ ਕੁਛ ਕਰਵਾ ਸਕਦਾ ਹੈ, ਲੇਕਿਨ ਮੈਂ ਆਪਣੇ ਆਪ ਕੁਛ ਵੀ ਨਹੀਂ ਕਰ ਸਕਦਾ। ਕਿਉਂਕਿ ਜਦੋਂ ਸਾਨੂੰ ਇਹ ਹੋ ਗਿਆ ਕਿ ਮੈਂ ਕੁਛ ਕਰਦਾ ਹਾਂ, ਤੇ ਉਹ ਜੀਵ ਆਪ ਹੀ ਗਰਭ ਜੂਨ ਦੇ ਵਿੱਚ ਪੈ ਜਾਏਗਾ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਾ ਗਰਭ ਜੋਨ ਮੈਂ ਫਿਰਤਾ। ਫਿਰ ਗਰਭ ਜੋਨ ਚਲੇ ਜਾਏਗਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਇੱਥੇ ਕੀ ਹੈ ਕਿ ਅਸੀਂ ਨਹੀਂ ਕੁਛ ਕਰ ਸਕਦੇ, ਤੂੰ ਕੁਛ ਵੀ ਕਰਵਾ ਸਕਦਾ ਹੈ। ਉਹ ਪ੍ਰਭੂ ਆਪਣੇ ਗੁਣ ਵੀ ਗਵਾ ਸਕਦਾ ਹੈ, ਉਹ ਸਾਰਾ ਕੁਛ ਕਰਵਾ ਸਕਦਾ ਹੈ, ਕਿਉਂਕਿ ਸਮਰੱਥ ਹੈ। ਤੇ ਅਸੀਂ ਆਪ ਇਸ ਮਾਰਗ ਤੇ ਨਹੀਂ ਕੁਛ ਕਰ ਸਕਦੇ।
ਇਸੇ ਕਰਕੇ ਰਹੋ ਪੰਕਤੀ 'ਚ ਸਮਝਾਇਆ ਹੈ ਕਿ ਤੁਮ ਲਾਵੋ ਤਾ ਲਾਗੈ ਸੇਵ, ਹਮ ਤੇ ਕਛੂ ਨਾ ਹੋਵੈ ਦੇ। ਸੋ ਇਹ ਆਪਾਂ ਵੀ ਜੀਵਨ ਦੇ ਵਿੱਚ ਆਪਾਂ ਕਦੇ ਵੀ ਇਹ ਮਨ 'ਚ ਨਹੀਂ ਲਿਆਉਣਾ ਵੀ ਮੈਂ ਇਹ ਕਰਦਾ, ਕਿਉਂਕਿ ਆਪਾਂ ਬਹੁਤ ਕੁਛ ਕਰਦੇ ਹਾਂ। ਮੈਂ ਬੱਚੇ ਪਾਲਦਾ ਹਾਂ, ਮੈਂ ਜੇ ਕਰਦਾ ਹਾਂ, ਮੈਂ ਉਹ ਕਰਦਾ ਹਾਂ, ਜਾਂ ਮੈਂ ਬਾਣੀ ਪੜ੍ਹਦਾ ਹਾਂ, ਮੈਂ ਗਿਆਨ ਦਿੰਦਾ ਹਾਂ, ਮੈਂ ਦੂਜਿਆਂ ਨੂੰ ਮੈਂ ਕਥਾ ਕਰਦਾ ਹਾਂ। ਮਹਾਰਾਜ ਕਹਿੰਦੇ ਨਹੀਂ, ਜੋ ਜਾਣੇ ਮੈਂ ਕਥਨੀ ਕਰਦਾ, ਵਪਾਰੀ ਬਸਤਾ ਜੋ ਫਿਰਦਾ। ਸਾਧ ਸੰਗ ਜੇ ਹੋ ਮੈਂ ਮਾਰੀ, ਨਾਨਕ ਤਾਕੋ ਮਿਲੈ। ਜੇ ਸਾਧੂ ਜਨਾਂ ਦੀ ਸੰਗਤ ਜਾ ਕੇ ਗਿਆਨ ਲੈ ਕੇ ਹਉਮੈ ਮਾਰਾਂਗੇ, ਫਿਰ ਪ੍ਰਭੂ ਮਿਲਦਾ ਹੈ। ਕਿਉਂਕਿ ਸਾਧੂ ਜਨਾਂ ਦੇ ਹਿਰਦੇ 'ਚ ਆ ਵਸਦਾ ਹੈ, ਸਾਧੂ ਜਨਾਂ ਦੀ ਰਸਨਾ ਤੋਂ ਆਪ ਬੋਲਦਾ ਹੈ, ਉੱਥੇ ਜੀਵ ਨਹੀਂ ਬੋਲਦਾ। ਆਖਣ ਵਾਲਾ ਨਹੀਂ ਕਹਿ ਸਕਦਾ, ਕਿਉਂਕਿ ਉਸ ਮਾਲਕ ਦਾ ਭੰਡਾਰਾ ਹੈ। ਉਹ ਜਿਸ ਨੂੰ ਦਿੰਦਾ ਹੈ ਉਸ ਨੂੰ ਮਿਲਦਾ ਹੈ। ਕੋਈ ਰੋਕ ਨਹੀਂ ਸਕਦਾ ਉਸ ਨੂੰ ਦਿੰਦੇ ਨੂੰ। ਜਿਸ ਨੂੰ ਆਪਾਂ ਪੜ੍ਹਦੇ ਹਾਂ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕੈ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸੋ ਆਓ ਗੁਰਮੁਖ ਪਿਆਰਿਓ, ਆਓ ਹੁਣ ਇੱਕ ਪੰਖ ਹਾਲੇ ਹੋਰ ਰਹਿ ਗਿਆ। ਮਨ ਤਨ ਨਿਰਮਲ ਹੋਏ ਹਰ ਰੰਗ। ਸਮਝਾਉਂਦੇ ਨੇ ਮਨ ਤੇ ਤਨ ਨਿਰਮਲ ਹੋ ਜਾਂਦੇ ਨੇ ਜਦੋਂ ਹਰੀ ਕਿਰਪਾ ਕਰਦਾ ਹੈ। ਮਨ ਫਿਰ ਹਰੀ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਸਰਬ ਸੁੱਖਾਂ ਪਾਵੋ ਸਤ ਸੰਗ, ਵੀ ਸਾਰੇ ਸੁੱਖ ਸੱਚੀ ਸੰਗਤ ਦੇ ਵਿੱਚ ਸੱਚ ਦਾ ਸੰਗ ਕਰਕੇ ਪ੍ਰਾਪਤ ਹੁੰਦੇ ਨੇ। ਗਿਆਨ ਲੈ ਕੇ ਆਪਾਂ ਗੁਰ ਦੇ ਗਿਆਨ ਦੁਆਰਾ ਆਪਾਂ ਕਿਸ ਦਾ ਸੰਗੀ ਬਣਨਾ ਹੁੰਦਾ? ਉਸ ਪ੍ਰਭੂ ਦੇ ਜੋ ਸੱਚ ਹੈ, ਜੋ ਆਦਿ ਤੋਂ ਹੈ, ਉਸ ਦੇ ਆਪਾਂ ਸੰਗੀ ਹੋ ਜਾਂਦੇ ਹਾਂ ਗੁਰ ਦੇ ਗਿਆਨ ਦੁਆਰਾ। ਕਿਉਂਕਿ ਗੁਰ ਸਾਨੂੰ ਉਸ ਦੇ ਅੰਗ ਸੰਗ ਮਿਲਾ ਦਿੰਦਾ ਹੈ। ਨਾਮ ਤੇਰੇ ਰਹੇ ਮਨ ਰਾਤਾ, ਇਹ ਕਲਿਆਣ ਨਾਨਕ ਕਰ ਜਾਤਾ। ਤੇ ਮਨ ਉਹਦੇ ਨਾਮ ਦੇ ਵਿੱਚ ਰਤਿਆ ਰਹੇ ਤੇ ਫਿਰ ਹੀ ਸਾਡਾ ਇਸ ਜਨਮ ਦੇ ਵਿੱਚ ਕਲਿਆਣ ਹੈ। ਸਾਡੇ ਜੀਵਨ ਦਾ ਕਲਿਆਣ ਹੋ ਜਾਂਦਾ, ਸਾਨੂੰ ਮੋਕਸ਼ ਪ੍ਰਾਪਤ ਹੋ ਜਾਂਦੀ ਹੈ। ਇਹੀ ਅਸਲੀ ਕਲਿਆਣ ਹੈ। ਇਹ ਕਲਿਆਣ ਨਾਨਕ ਕਰ ਜਾਤਾ। ਤੇ ਮਹਾਰਾਜ ਸਮਝਾਉਂਦੇ ਨੇ ਕਿ ਅਸੀਂ ਵੀ ਇਹ ਜਾਣਿਆ ਹੈ, ਇਹ ਕੀਤਾ ਹੈ, ਤੇ ਆਪਾਂ ਵੀ ਇਹ ਕਰਕੇ ਆਪਣੇ ਜੀਵਨ ਦਾ ਲਾਹਾ ਕਰ ਸਕਦੇ ਹਾਂ। ਸੋ ਆਓ ਹੁਣ ਆਪਾਂ ਨਾਲ ਨਾਲ ਧਿਆਨ ਲਗਾਈਏ, ਤਾਂ ਕਿ ਜੋ ਆਪਾਂ ਕਰਨਾ ਹੈ, ਜੋ ਨਿਰਮਲ ਹੈ, ਕਿਉਂਕਿ ਗੱਲਾਂ ਬਾਤਾਂ ਮੁੱਖ ਵੀ ਝੂਠਾ ਹੈ ਸਾਰਾ ਕੁਛ, ਲੇਕਿਨ ਨੇਤਰ ਸਾਡੀ ਦ੍ਰਿਸ਼ਟੀ ਨੇ ਨਿਰਮਲ ਹੋਣਾ ਹੈ। ਤੇ ਆਪਾਂ ਨੇਤਰਾਂ ਦਾ ਹੀ